Waheguru Ji Ka Khalsa, Waheguru Ji Ki Fateh. Welcome to the channel of Optimistic Force. My name is Amneet Singh. In this video, I'm going to share my experience with you in regard to how to improve your PTE fill-ups by using and reading and understanding, having an understanding of newspaper reading. ठीक है ਤਾਂ ਕੀ ਹੋ ਰਿਹਾ ਵੀ ਹੁਣ ਦੇਖੋ ਤੁਸੀਂ PTE ਦੇ ਫਿਲਅਪਸ ਦੇ ਵਿੱਚ ਸਟਰਗਲ ਕਰ ਰਹੇ ਹੋ ਤੇ ਤੁਹਾਨੂੰ ਸਾਰਿਆਂ ਨੂੰ ਸਮਝ ਹੀ ਨਹੀਂ ਆ ਰਿਹਾ ਵੀ ਅਸੀਂ ਕੀ ਕਰੀਏ। ਮੇਰੇ ਖਿਆਲ ਨਾਲ 500 1000 ਫਿਲਅਪ ਤੁਸੀਂ ਪ੍ਰੈਕਟਿਸ ਕਰ ਲਿੱਤਾ, ਰੱਟਾ ਲਗਾ ਲਿੱਤਾ, and still at the end of the day you are struggling, you're missing out on maybe 1 or 2 fill-ups, right, which is why you're not able to crack 79 in PT in order to achieve that 8 band score in reading as well. ठीक है, and this is affecting the other modules as well. ठीक है, ਤਾਂ ਇੱਕ ਚੀਜ਼ ਨੂੰ ਸਮਝ ਲਓ ਵੀ ਫਿਲਅਪਸ ਕਰ ਕਰਕੇ ਹੀ ਤੁਸੀਂ ਫਿਲਅਪਸ ਨਹੀਂ ਇੰਪਰੂਵ ਕਰੋਗੇ until the moment you understand how to improve in English language. And I'll showcase an example in front of you how can you actually improve it in a very factual way, in a very true way. ਠੀਕ ਹੈ, ਤਾਂ ਮੈਂ ਤੁਹਾਡੇ ਸਾਹਮਣੇ ਇੱਕ ਪੇਸ਼ ਕਰਦਾ ਨਿਊਜ਼ਪੇਪਰ ਆਰਟੀਕਲ ਜਿਹਦੇ ਨਾਲ ਤੁਹਾਨੂੰ ਪਤਾ ਚੱਲੇਗਾ ਵੀ ਇਹਨੂੰ ਕਿੱਦਾਂ ਇੰਪਰੂਵ ਕਰ ਸਕਦੇ ਹਾਂ। ਮੈਂ ਤੁਹਾਨੂੰ ਪੜ੍ਹ ਕੇ ਸਮਝਾਵਾਂਗਾ ਉਹਦੇ ਵਿੱਚੋਂ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇੱਥੇ ਟੌਪਿਕ ਚੱਲ ਰਿਹਾ, ਬਹੁਤ ਕਰੰਟ ਇਸ਼ੂ ਹੈ ਜਿਹੜਾ ਅੱਜ ਦੀ ਡੇਟ 'ਚ ਹੌਟ ਟੌਪਿਕ ਚੱਲ ਰਿਹਾ, ਇਜ਼ਰਾਈਲ ਤੇ ਗਾਜ਼ਾ ਵਿੱਚ ਜਿਹੜਾ ਵਾਰ ਚੱਲ ਰਿਹਾ। ਠੀਕ ਹੈ ਜੀ, ਤਾਂ ਇੱਥੇ ਕੀ ਲਿਖਿਆ ਵੀ ਇਜ਼ਰਾਈਲ ਰੀਟੇਕਸ ਗਾਜ਼ਾ ਬਾਰਡਰ ਏਰੀਆਜ਼। ਠੀਕ ਹੈ, ਪਹਿਲਾਂ ਇਹਨੂੰ ਹੀ ਸਮਝੀਏ। ਰੀਟੇਕਸ ਦਾ ਮਤਲਬ ਕੀ ਹੈਗਾ, ਮਤਲਬ ਉਹਨੇ ਗਾਜ਼ਾ ਬਾਰਡਰ ਏਰੀਆਜ਼, ਗਾਜ਼ਾ ਦੇ ਜਿਹੜੇ ਬਾਰਡਰ ਏਰੀਆ ਸੀਗੇ ਉਹਦੇ 'ਚ ਕੰਟਰੋਲ ਲੈ ਲਿਆ ਦੁਬਾਰਾ। ਇਹਦਾ ਮਤਲਬ ਉਹਦੇ ਕੰਟਰੋਲ ਪਹਿਲਾਂ ਵੀ ਸੀਗਾ ਤਾਂ ਹੀ ਉਹਨੂੰ ਦੁਬਾਰਾ ਲਿੱਤਾ ਗਿਆ ਨਾ। ਹੁਣ ਰੀਟੇਕ ਨੂੰ ਆਪਾਂ ਕੀ ਕਹਿ ਸਕਦੇ ਹਾਂ, ਇੱਕ ਮਿਲੀਟਰੀ ਡਿਫੈਂਸ ਵਰਡ ਹੈ। ਜਦੋਂ ਵੀ ਲੜਾਈ ਝਗੜੇ ਹੁੰਦੇ ਨੇ, ਠੀਕ ਹੈ, ਉਹਦੇ 'ਚ ਵਰਡ ਕਿਹਾ ਜਾਂਦਾ ਹੈ ਰੀਕੈਪਚਰ। ਠੀਕ ਹੈ, ਸੋ ਰੀਟੇਕ ਇਜ਼ ਅ ਸਿਨੋਨਿਮ ਆਫ ਰੀਕੈਪਚਰ, ਰਾਈਟ। ਤਾਂ ਇਹ ਚੀਜ਼ ਸਮਝੋ ਵੀ ਹੁਣ ਫਿਲਅਪ ਕੀ ਹੈ, ਇੱਥੇ ਰੀਟੇਕ ਹੈ, ਇਹਦੀ ਜਗ੍ਹਾ 'ਤੇ ਰੀਕੈਪਚਰ ਵੀ ਆ ਸਕਦਾ। ਪਰ ਮੋਸਟ ਅਪਰੋਪਰੀਏਟ ਵਰਡ ਕੀ ਹੋਏਗਾ ਇੱਥੇ, ਅਗਰ ਰੀਟੇਕ ਤੇ ਰੀਕੈਪਚਰ ਹੋਏ ਤਾਂ ਉਹਦਾ ਵਿੱਚੋਂ ਰੀਕੈਪਚਰ ਇਜ਼ ਦੀ ਬੈਸਟ ਫਿਟ ਵੋਕੈਬੂਲਰੀ। ਠੀਕ ਹੈ, ਤਾਂ ਇਜ਼ਰਾਈਲ ਨੇ, ਹੁਣ ਦੇਖੋ ਇਜ਼ਰਾਈਲ ਕਹਿ ਰਿਹਾ, ਮੈਂ ਇਜ਼ਰਾਈਲ ਨਹੀਂ ਕਹਿ ਰਿਹਾ। ਇਜ਼ਰਾਈਲ ਇਜ਼ ਰੋਂਗ ਪ੍ਰੋਨਾਂਸੀਏਸ਼ਨ ਦਾ ਵੀ ਧਿਆਨ ਰੱਖਣਾ, ਮੈਂ ਤੁਹਾਨੂੰ ਨਾਲ ਨਾਲ ਚੀਜ਼ ਦੱਸੀ ਜਾਵਾਂਗਾ। ਇਜ਼ਰਾਈਲ ਰੀਟੇਕਸ ਗਾਜ਼ਾ ਬਾਰਡਰ ਏਰੀਆਜ਼, ਵਾਰ ਕਲੇਮਸ ਓਵਰ 3000 ਲਾਈਵਸ। ਹੁਣ ਕਲੇਮਸ ਦਾ ਕੀ ਮਤਲਬ ਹੈ, ਕਲੇਮ ਦਾ ਕੀ ਮਤਲਬ ਹੈ, ਕਲੇਮ ਦਾ ਮਤਲਬ ਹੁੰਦਾ ਦਾਅਵਾ ਕਰਨਾ ਵੈਸੇ ਤਾਂ। ਠੀਕ ਹੈ, ਪਰ ਇੱਥੇ ਵਾਰ ਕਲੇਮ, ਜਦੋਂ ਕਲੇਮ ਐਜ਼ ਅ ਵਰਬ ਯੂਜ਼ ਹੁੰਦਾ, ਹੁਣ ਤੁਸੀਂ ਗੱਲ ਸਮਝੋ, ਅਗਰ ਤੁਹਾਨੂੰ ਇਹ ਸਮਝ ਆ ਨਾ ਵੀ ਕੋਈ ਵੀ ਵਰਡ ਐਜ਼ ਐਨ ਐਡਜੈਕਟਿਵ ਯੂਜ਼ ਹੋ ਰਿਹਾ ਜਾਂ ਐਜ਼ ਅ ਵਰਬ ਯੂਜ਼ ਹੋ ਰਿਹਾ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਵੀ ਉਹਦਾ ਮਤਲਬ ਕਿਵੇਂ ਡਿਫਰ ਕਰਦਾ ਹੈ। ਵੈਸੇ ਕਲੇਮ ਦਾ ਕੀ ਮਤਲਬ ਹੈ, ਦਾਅਵਾ ਕਰਨਾ, ਪਰ ਇੱਥੇ ਕਲੇਮ ਦਾ ਕੀ ਮਤਲਬ ਹੈ, ਇੱਥੇ ਕਲੇਮ ਵਾਰ ਕੋਈ ਦਾਅਵਾ ਨਹੀਂ ਕਰਦਾ ਪਿਆ, ਵਾਰ ਸਗੋਂ ਕਹਿ ਰਿਹਾ ਵੀ ਵਾਰ ਕਰਕੇ ਕੀ ਹੋਇਆ, 3000 ਤੋਂ ਵੱਧ ਜ਼ਿੰਦਗੀਆਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ। ਠੀਕ ਹੈ, ਵਾਰ ਨੇ ਕਲੇਮ ਕੀਤੀਆਂ, ਵਾਰ ਕਰਕੇ ਉਸ ਜਿਹੜੀ ਲੜਾਈ ਝਗੜੇ ਕਰਕੇ ਕੀ ਹੋਇਆ, 3000 ਤੋਂ ਵੱਧ ਜਿਹੜੀਆਂ ਲੋਕਾਂ ਨੂੰ ਮੌਤ ਦਾ ਸਾਹਮਣਾ ਕਰਨਾ ਪਿਆ। ਸਮਝ ਰਹੇ ਹੋ, ਤਾਂ ਵਾਰ ਕਲੇਮਸ ਕੀ ਹੈ, ਇਜ਼ ਬੀਇੰਗ ਯੂਜ਼ਡ ਐਜ਼ ਅ ਵਰਬ। ਠੀਕ ਹੈ, ਅੱਛਾ ਦੇਖੋ ਹੁਣ ਥੱਲੇ ਕੀ ਲਿਖਿਆ ਕਿ ਕਹਿੰਦਾ ਜੀ ਫੀਅਰਸ ਆਫ ਏ ਰੀਜਨਲ ਕਨਫਲੈਗਰੇਸ਼ਨ ਹੈਵ ਸਰਜਡ। ਪਹਿਲਾਂ ਤਾਂ ਇੰਨਾ ਸਮਝੀ, ਹੋ ਸਕਦਾ ਭਾਰੀ ਵਰਡ ਨੇ ਤੁਹਾਨੂੰ ਔਖੇ ਲੱਗਦੇ ਹੁਣ, ਸਮਝਦੇ ਹਾਂ। ਫੀਅਰਸ ਆਫ ਡਰ ਹੈ ਕਿਸ ਚੀਜ਼ ਦਾ, ਰੀਜਨਲ ਕਨਫਲੈਗਰੇਸ਼ਨ। ਇਹਨੂੰ ਕਿੱਦਾਂ ਬੋਲਣਾ ਹੈ, ਕੌਨਫਲੈਗਰੇਸ਼ਨ ਦਾ ਮਤਲਬ ਕੀ ਹੁੰਦਾ ਹੈ, ਜਦੋਂ ਲੜਾਈ ਝਗੜੇ ਕਰਕੇ ਨਾ ਅੱਗ ਲੱਗ ਜਾਂਦੀ ਹੈ ਨਾ, ਜਦੋਂ ਕਿਤੇ ਨਾ ਕਿਤੇ ਅੱਗ ਲੱਗ ਜੇ ਬਿਲਡਿੰਗਾਂ ਨੂੰ, ਹੈ ਨਾ, ਜਾਨ ਮਾਲ ਨੂੰ, ਸਿਸਟਮ ਨੂੰ, ਸਟੇਟ ਨੂੰ, ਪ੍ਰਾਪਰਟੀ ਨੂੰ, ਹਾਊਸਿਸ ਨੂੰ, ਠੀਕ ਹੈ, ਤਾਂ ਉਹਨੂੰ ਕਹਿੰਦੇ ਕੌਨਫਲੈਗਰੇਸ਼ਨ। ਉਹ ਕਹਿੰਦਾ ਜੀ ਰੀਜਨਲ ਕੌਨਫਲੈਗਰੇਸ਼ਨ ਮਤਲਬ ਤੁਹਾਡੇ ਆਲੇ ਦੁਆਲੇ ਜਿਹੜਾ ਗਾਜ਼ਾ ਬਾਰਡਰ ਏਰੀਆ ਆ, ਉਸ ਏਰੀਏ ਦੇ ਵਿੱਚ ਅੱਗ ਲੱਗਣ ਦੇ ਜਿਹੜੇ ਡਰ ਨੇ ਨਾ, ਵੀ ਲੋਕੀ ਕੋਈ ਨਾ ਕੋਈ ਚੀਜ਼ ਫੂਕ ਨਾ ਦੇਣ, ਗੱਡੀਆਂ, ਮੋਟਰਾਂ, ਬੱਸਾਂ, ਸਟੇਟ ਦੀ ਪ੍ਰਾਪਰਟੀ, ਘਰ-ਬਾਰ, ਬਿਲਡਿੰਗਸ, ਠੀਕ ਹੈ, ਲੋਕਾਂ ਨੂੰ, ਤਾਂ ਉਹਨੂੰ ਕਿਹਾ ਜਾਂਦਾ ਆ ਰੀਜਨਲ ਕੌਨਫਲੈਗਰੇਸ਼ਨ। ਤਾਂ ਉਹ ਕਹਿ ਰਿਹਾ ਫੀਅਰਸ ਆਫ ਏ ਰੀਜਨਲ ਕੌਨਫਲੈਗਰੇਸ਼ਨ ਹੈਵ ਸਰਜਡ ਦਾ ਕੀ ਮਤਲਬ ਹੁੰਦਾ, ਸਰਜਡ ਵੀ ਇੱਕ ਫਿਲਅਪ ਬਣ ਸਕਦਾ ਨਾ। ਹੁਣ ਦੇਖੋ ਤੁਸੀਂ ਕਹਿ ਸਕਦੇ, ਪਹਿਲਾਂ ਮਤਲਬ ਸਮਝਾਉਣਾ ਸਰਜ ਦਾ ਮਤਲਬ ਅਗਰ ਨਹੀਂ ਪਤਾ, ਸਰਜ ਦਾ ਮਤਲਬ ਹੈ ਕੋਈ ਵੀ ਸਡਨ ਇਨਕਰੀਜ਼ ਹੋਣਾ, ਸਡਨ ਇਨਕਰੀਜ਼, ਝੱਟ ਵਾਧਾ ਜਾਂ ਝੱਟ ਕਿਸੇ ਚੀਜ਼ ਦੇ ਵਿੱਚ ਆਪਾਂ, ਚਲੋ ਇਹਦੇ 'ਚ ਵਾਧਾ ਹੀ ਹੈ ਹਜੇ ਸਰਜ ਦਾ ਮਤਲਬ। ਠੀਕ ਹੈ, ਹੁਣ ਤੁਸੀਂ ਇਹ ਨਾ ਸੋਚਣਾ ਵੀ ਸਰਜ ਦਾ ਮਤਲਬ ਵਧਣਾ ਹੈ, ਇਨਕਰੀਜ਼ ਨਹੀਂ ਉਹਨੂੰ ਆਪਾਂ ਲਿਖ ਸਕਦੇ। ਅਗਰ ਤੁਹਾਡੇ ਕੋਲ 2 ਆਪਸ਼ਨਸ ਨੇ, ਡਰੈਗ ਐਂਡ ਡਰੋਪ ਹੈ ਜਾਂ ਡਰੋਪ ਡਾਊਨ ਮੈਨੂ ਆ ਰਿਹਾ PTE ਦੇ ਐਗਜ਼ਾਮ ਦੇ ਵਿੱਚ, ਫਿਲਅਪ ਦੇ ਵਿੱਚ, ਤਾਂ ਤੁਸੀਂ ਇਹਨੂੰ ਕਹੋਗੇ ਵੀ ਹੈਵ ਇਨਕਰੀਜ਼ਡ, ਤਾਂ ਗਲਤ ਹੋ ਜਾਏਗਾ। ਇਨਕਰੀਜ਼ਡ ਦਾ ਮਤਲਬ ਹੈ ਸਿਰਫ ਵਧਣਾ, ਸਰਜ ਦਾ ਮਤਲਬ ਹੈ ਸਡਨ ਇਨਕਰੀਜ਼, ਝੱਟ ਇੱਕਦਮ ਹੀ ਵੱਧ ਗਿਆ। ਠੀਕ ਹੈ, ਤਾਂ ਹੈਵ ਸਰਜਡ ਅਹੈਡ ਆਫ ਐਨ ਐਕਸਪੈਕਟਡ, ਅਹੈਡ ਮਤਲਬ ਪਹਿਲਾਂ, ਐਨ ਐਕਸਪੈਕਟਡ ਹੈ ਉਮੀਦ ਹੈ, ਉਮੀਦ ਕੀ ਹੈ ਵੀ ਇਜ਼ਰਾਈਲੀ ਗਰਾਊਂਡ ਇਨਕਰਜਨਸ ਇਨਟੂ ਗਾਜ਼ਾ। ਠੀਕ ਹੈ, ਐਕਸਪੈਕਟਡ ਹੈ ਵੀ ਹਾਂਜੀ ਜਿਹੜੇ ਇਜ਼ਰਾਈਲ ਦੇ ਮਿਲਟਰੀ ਹੈਗੀ ਹੈ, ਠੀਕ ਹੈ, ਤਾਂ ਉਹ ਕੀ ਕਰੇਗੀ, ਉਹ ਗਰਾਊਂਡ ਇਨਕਰਜਨ ਮਤਲਬ
ਜਿਹੜੇ ਗਰਾਊਂਡ ਲੈਵਲ ਤੇ ਜਿਹਨੂੰ ਆਪਾਂ ਆਰਮੀ ਕਹਿੰਦੇ ਆ ਜਾਂ ਮਿਲਟਰੀ ਕਹਿੰਦੇ, ਠੀਕ ਹੈ ਜੀ, ਉਹ ਆਊਗੀ। ਇਨਕਰਜਨ ਦਾ ਮਤਲਬ ਕੀ ਹੈਗਾ, ਇਨਵੇਡ ਕਰੂਗੀ, ਅਟੈਕ ਕਰੂਗੀ ਔਨ ਫੁੱਟ ਇਨਟੂ ਗਾਜ਼ਾ। ਇਹਦਾ ਹਜੇ ਅਨੁਮਾਨ ਹੈ, ਉਹ ਉਮੀਦ ਕਰ ਰਹੇ ਵੀ ਇੱਦਾਂ ਹੋਊਗਾ, ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਗਿਆ ਵੀ ਕਿਤੇ ਹੁਣ ਇੱਥੇ ਅੱਗ ਉੱਗ ਨਾ ਲੱਗ ਜੇ ਸਭ ਪਾਸੇ, ਠੀਕ ਹੈ ਜੀ, ਨੁਕਸਾਨ ਨਾ ਹੋ ਜਾਵੇ। ਤਾਂ ਹੋਪਫੁਲੀ ਤੁਹਾਨੂੰ ਇਹ ਚੀਜ਼ ਸਮਝ ਆ ਰਹੀ ਹੈ। ਹੁਣ ਇਹਦੇ 'ਚ ਵਰਡਸ ਆਪਾਂ ਕੀ ਸਿੱਖੇ ਨੇ, ਇਨਕਰਜਨ। ਇਨਕਰਜਨ ਦਾ ਮਤਲਬ ਹੁੰਦਾ ਇਨਵੇਡ। ਇਨਵੇਡ ਦਾ ਮਤਲਬ ਕੀ ਹੁੰਦਾ ਆ, ਅਟੈਕ ਕਰਨਾ, ਕੋਈ ਵੀ ਜਗ੍ਹਾ 'ਤੇ ਜਾ ਕੇ ਅਟੈਕ ਕਰਨਾ ਅਤੇ ਉਹਨੂੰ ਆਪਣੇ ਕਾਬੂ 'ਚ ਕਰ ਲੈਣਾ, ਆਪਣੇ ਅੰਡਰ ਕਰ ਲੈਣਾ, ਉਹਨੂੰ ਕਹਿੰਦੇ ਨੇ ਇਨਵੇਡ, ਉਹਨੂੰ ਕਹਿੰਦੇ ਨੇ ਇਨਕਰਜਨ, ਠੀਕ ਹੈ। ਉਵੇਂ ਹੀ ਵਰਡ ਆਪਾਂ ਸਿੱਖਿਆ ਸਰਜਡ। ਸਰਜ ਦਾ ਮਤਲਬ ਹੈ ਸਡਨ ਇਨਕਰੀਜ਼। ਯੂ ਕਾਂਟ ਯੂਜ਼ ਦ ਵਰਡ ਇਨਕਰੀਜ਼ ਰਾਈਟ ਐਜ਼ ਅ ਰਿਪਲੇਸਮੈਂਟ ਫॉर द वर्ड सर्च्ड, ठीक है। एंड सिमिलरली कॉन्फ्लैग्रेशन। ਹੁਣ कॉन्फ्लैग्रेशन अगर वर्ड ਤੁਸੀਂ ਕਦੀ ਪੜ੍ਹਿਆ ਹੀ ਨਹੀਂਗਾ, ਅਗਰ ਇਹੋ ਜਿਹੇ ਟੌਪਿਕਸ ਹੀ ਨਹੀਂ ਪੜ੍ਹੇ ਤਾਂ ਓਬਵੀਅਸਲੀ ਤੁਸੀਂ ਮਿਸ ਆਊਟ ਕਰ ਜਾਓਗੇ, ਤੁਸੀਂ ਗਲਤ ਕਰੋਗੇ ਤਾਂ ਫਿਲਅਪ ਤਾਂ ਹੋਏਗਾ ਨਹੀਂ। ਉਵੇਂ ਹੀ ਰੀਟੇਕਸ ਸੀਗਾ ਵਰਡ, ਜਿੱਥੇ ਮੈਂ ਤੁਹਾਨੂੰ ਸਮਝਾਇਆ ਉੱਪਰ, ਰੀਟੇਕਸ ਨੂੰ ਆਪਾਂ ਰੀਕੈਪਚਰ ਵੀ ਕਹਿ ਸਕਦੇ ਹਾਂ, ਠੀਕ ਹੈ ਜੀ। ਆਓ ਜੀ ਅੱਗੇ ਪੜ੍ਹਦੇ ਹਾਂ। ਅੱਗੇ ਕੀ ਕਹਿੰਦਾ ਜੀ, ਇਜ਼ਰਾਈਲ ਸੈਡ ਇਟ ਰੀਕੈਪਚਰਡ। ਹੁਣ ਦੇਖੋ ਇਟ ਕੀ ਹੈ, ਇਟ ਇਜ਼ being used as a pronoun। it ਇੱਕ pronoun ਹੈ। pronoun ਹੁੰਦਾ ਹੈ ਜੋ ਕਿ noun ਦੀ ਜਗ੍ਹਾ ਯੂਜ਼ ਹੁੰਦਾ। ਇੱਥੇ noun ਕੀ ਹੈ, noun ਹੈ ਇਜ਼ਰਾਈਲ। ਇਜ਼ਰਾਈਲ noun ਹੈ, ਠੀਕ ਹੈ, ਉਹਦੀ ਜਗ੍ਹਾ ਤੇ it ਯੂਜ਼ ਹੋ ਰਿਹਾ। ਇਜ਼ਰਾਈਲ ਕਹਿੰਦਾ it recaptured Gaza border areas। ਦੇਖੋ recaptured word ਆ ਗਿਆ ਇੱਥੇ। ਅਗੇਨ the same word for take, ਜਿਹੜਾ ਉੱਪਰ ਆਪਾਂ ਪੜ੍ਹਿਆ ਸੀਗਾ ਹੈਡਿੰਗ ਤੇ, ਠੀਕ ਹੈ। now it recaptured Gaza border areas from Hamas militants। ਹੁਣ ਹਮਾਸ ਕੀ ਹੈ, ਇੱਕ ਆਊਟਫਿਟ ਹੈ, ਇੱਕ ਮਿਲੀਟੈਂਟ ਆਊਟਫਿਟ ਹੈ, ਠੀਕ ਹੈ ਜੀ। ਤਾਂ ਉਹਨਾਂ ਦੇ ਜਿਹੜੇ ਮਿਲੀਟੈਂਟਸ ਨੇ ਉਹਨਾਂ ਨੂੰ ਹਮਾਸ ਮਿਲੀਟੈਂਟਸ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਵਾਰ ਕੀਤਾ ਸੀਗਾ ਪਹਿਲਾਂ, ਅਤੇ ਉਹਨਾਂ ਉੱਤੇ ਦੁਬਾਰਾ ਇਜ਼ਰਾਈਲ ਨੇ ਵਾਰ ਕੀਤਾ। ਹੁਣ ਮੂੰਹ ਤੋੜ ਜਵਾਬ ਦਿੱਤਾ ਆ, ਜਿਹਨੂੰ ਆਪਾਂ ਰਿਟੈਲੀਏਟ ਵੀ ਕਹਿੰਦੇ ਹਾਂ। ਚਲੋ ਹੁਣ ਤੁਹਾਨੂੰ ਵਰਡ ਰਿਟੈਲੀਏਟ ਵੀ ਸਿਖਾ ਦਈਏ। ਮੂੰਹ ਤੋੜ ਜਵਾਬ ਦੇਣਾ ਇਨ ਡਿਫੈਂਸ, ਠੀਕ ਹੈ, ਇਨ ਮਿਲੀਟਰੀ, ਉਹਨੂੰ ਆਪਾਂ ਕਹਿੰਦੇ ਹਾਂ ਰਿਟੈਲੀਏਟ ਕਰਨਾ। ਰਿਟੈਲੀਏਟ ਦਾ ਮਤਲਬ ਸਮਝ ਸਕਦੇ ਹਾਂ ਵੀ ਆਪਾਂ ਰਿਵੈਂਜ ਲੈ ਰਹੇ ਹਾਂ, ਠੀਕ ਹੈ, ਆਪਾਂ ਬਦਲਾ ਲੈ ਰਹੇ ਹਾਂ, ਪਰ ਸਿਰਫ ਔਰ ਸਿਰਫ ਬਦਲਾ ਨਹੀਂ ਹੈ, ਮੂੰਹ ਤੋੜ ਜਵਾਬ ਹੈ। ਇਹਨੂੰ ਆਪਾਂ ਰਿਵੈਂਜ ਨੂੰ ਤਾਂ ਆਮ ਜ਼ਿੰਦਗੀ 'ਚ ਵੀ ਵਰਤ ਲੈਂਦੇ ਹਾਂ, ਪਰ ਆਪਾਂ ਰਿਟੈਲੀਏਟ ਨੂੰ ਨਹੀਂ ਵਰਤ ਸਕਦੇ। ਇਹਨਾਂ ਧਿਆਨ ਰੱਖਣਾ, ਠੀਕ ਹੈ। ਤਾਂ ਉਹ ਕਹਿੰਦੇ ਜੀ, ਇਜ਼ਰਾਈਲ ਸੈਡ ਇਟ ਰੀਕੈਪਚਰਡ ਗਾਜ਼ਾ ਬਾਰਡਰ ਏਰੀਆਜ਼ ਫਰੋਮ ਹਮਾਸ ਮਿਲੀਟੈਂਟਸ ਔਨ ਟਿਊਜ਼ਡੇ। ਫਿਰ ਦ 4th ਡੇ। ਹੁਣ ਟਿਊਜ਼ਡੇ ਕਿਹੜਾ ਸੀਗਾ, ਉਹਦੀ ਡਿਟੇਲ ਦਿੱਤੀ ਜਾ ਰਹੀ ਹੈ। ਦ 4th ਡੇ ਆਫ ਫੀਅਰਸ ਫਾਈਟਿੰਗ। ਫੀਅਰਸ ਕਿਉਂ ਕਿਹਾ, ਬਹੁਤ ਜ਼ਿਆਦਾ ਭਿਆਨਕ। ਫੀਅਰਸ ਕੀ, ਬਹੁਤ ਜ਼ਿਆਦਾ ਭਿਆਨਕ, ਠੀਕ ਹੈ। ਹੁਣ ਇੱਥੇ ਸਟਰੋਂਗ ਫਾਈਟਿੰਗ ਨਹੀਂ ਕਹਿ ਸਕਦੇ, ਮੇਰੀ ਗੱਲ ਸਮਝ ਰਹੇ ਹੋ, ਠੀਕ ਹੈ। ਇੱਥੇ ਆਪਾਂ ਫੀਅਰਸ ਹੀ ਕਹਾਂਗੇ। ਫੀਅਰਸ ਦਾ ਮਤਲਬ ਹੁੰਦਾ ਸਮਥਿੰਗ ਵਿਚ ਇਜ਼ ਵੈਰੀ ਐਕਸਟ੍ਰੀਮ, ਵਿਚ ਇਜ਼ ਵਾਇਲੈਂਟ, ਠੀਕ ਹੈ, ਹਾਂਜੀ। ਸੋ ਫੀਅਰਸ ਫਾਈਟਿੰਗ that has left thousands dead। that has left ਦਾ ਮਤਲਬ ਕੀ ਹੈ, ਉਸ ਕਰਕੇ ਜਿਹੜਾ ਲੜਾਈ ਝਗੜਾ ਹੋ ਰਿਹਾ ਆ, ਠੀਕ ਹੈ, ਗੋਲੀਮਾਰੀ ਹੋ ਰਹੀ ਹੈ, ਅਟੈਕ ਹੋ ਰਿਹਾ ਆ, ਵਾਰ ਹੋ ਰਿਹਾ, ਉਸ ਕਰਕੇ ਹਜ਼ਾਰਾਂ ਹੀ ਬੰਦੇ ਮਰ ਚੁੱਕੇ ਨੇ। ਥਾਊਜ਼ੈਂਡਸ ਡੈਡ ਔਨ ਬੋਥ ਸਾਈਡਸ। ਬੋਥ ਸਾਈਡ ਮਤਲਬ ਦੋਨੇ ਪਾਸੇ, ਇਜ਼ਰਾਈਲ ਦੇ ਵਿੱਚ ਵੀ ਅਤੇ ਗਾਜ਼ਾ ਬਾਰਡਰ ਵਿੱਚ ਵੀ। ਸਿੰਸ ਦ ਇਸਲਾਮਿਸਟਸ ਲਾਂਚਡ ਅ ਸਰਪ੍ਰਾਈਜ਼ ਅਟੈਕ। ਸਿੰਸ ਦਾ ਮਤਲਬ ਕੀ ਹੈ, ਸਿੰਸ ਦਾ ਮਤਲਬ ਇੱਥੇ ਇਹ ਆ ਵੀ ਜਿਵੇਂ ਕਿ ਇਸਲਾਮਿਸਟਸ ਜਿਹੜੇ ਨੇ, ਠੀਕ ਹੈ, ਉਹਨਾਂ ਨੇ ਇੱਕ ਸਰਪ੍ਰਾਈਜ਼ ਅਟੈਕ ਲਾਂਚ ਕੀਤਾ। ਹੁਣ ਇੱਥੇ ਕਹਿੰਦੇ ਲਾਂਚ ਕੀਤਾ ਹੈ ਵਰਡ। ਲਾਂਚ ਇਜ਼ ਬੀਂਗ ਯੂਜ਼ਡ ਐਜ਼ ਅ ਵਰਬ। ਹੁਣ ਲਾਂਚ ਦੀ ਜਗ੍ਹਾ 'ਤੇ ਆਪਾਂ ਕਹੀਏ ਵੀ ਕਾਜ਼ਡ, ਲੱਗਦਾ ਹੈ ਪਰ ਗਲਤ ਹੈ, ਜਾਂ ਮੋਸਟ ਫਿਟ ਨਹੀਂ ਹੈ, ਹਜੇ ਅਪਰੋਪਰੀਏਟ ਫਿਟ ਨਹੀਂ ਹੈ, ਕਾਜ਼ਡ ਨਹੀਂ ਆਏਗਾ, ਸਮਝ ਰਹੇ ਹੋ। ਲਾਂਚਡ ਆਏਗਾ ਵਰਡ, ਕਾਜ਼ਡ ਨਹੀਂ ਆਏਗਾ, ਰਿਲੀਜ਼ਡ ਨਹੀਂ ਆਏਗਾ, ਠੀਕ ਹੈ, ਠੀਕ ਹੈ। ਏਅਰ ਸਟਰਾਈਕਸ ਰਿਲੀਜ਼ਡ ਨਹੀਂ ਹੁੰਦੀਆਂ, ਕਾਜ਼ਡ ਨਹੀਂ ਹੁੰਦੀਆਂ, ਲਾਂਚਡ ਹੁੰਦੀਆਂ ਨੇ, ਠੀਕ ਹੈ। ਤਾਂ ਇਹ ਚੀਜ਼ਾਂ ਪੜ੍ਹੋਗੇ ਤਾਂ ਤੁਹਾਨੂੰ ਵੋਕੈਬਲਰੀ ਨਾਲ ਤੁਸੀਂ ਜਾਣੂ ਹੋਵੋਗੇ, ਅਵੇਅਰ ਹੋਵੋਗੇ, ਤੁਹਾਨੂੰ ਸੌਖਾ ਹੋ ਜਾਊਗਾ। ਐਂਡ ਇਵੈਂਚੁਅਲੀ ਯੂ ਵਿਲ ਬੀ ਏਬਲ ਟੂ ਇੰਪਰੂਵ ਯੋਰ ਫਿਲਿਪਸ ਐਜ਼ ਵੈਲ। ਆਪਾਂ ਇੱਕ ਹੋਰ ਛੋਟਾ ਜਿਹਾ ਪੈਰਾਗ੍ਰਾਫ ਪੜ੍ਹਦੇ ਹਾਂ, ਠੀਕ ਹੈ। ਅੱਗੇ ਲਿਖਿਆ ਜੀ, ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ। ਦੇਖੋ ਇੱਥੇ ਲਿਖਿਆ, ਠੀਕ ਹੈ, ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਹੈਜ਼ ਵਾਰਨਡ। ਵਾਰਨਡ ਦਾ ਮਤਲਬ ਕੀ ਹੈ, ਅਗਾਹ ਕੀਤਾ ਆ, ਠੀਕ ਹੈ। ਹੁਣ ਵਰਡ ਐਜ਼ ਅ ਵਾਰਨ ਤੁਹਾਨੂੰ ਪਤਾ ਹੋਣਾ ਚਾਹੀਦਾ, ਅਗਾਹ ਕਰਨਾ। ਹੁਣ ਅਗਰ ਇੱਥੋਂ ਵਰਡ ਵਾਰਨ ਜਿਹੜਾ ਆ ਨਾ ਹੁੰਦਾ ਤਾਂ ਤੁਸੀਂ ਕੀ ਕਰਦੇ ਵੀ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਹੈਜ਼ ਡੈਸ਼ ਇਜ਼ਰਾਈਲੀਜ਼ ਮਿਲੀਟਰੀ ਕੈਂਪੇਨ। ਹੈਜ਼ ਕੀ ਵਰਡ ਆ ਸਕਦਾ ਡਿਕਟੇਟਿਡ, ਠੀਕ ਹੈ, ਫਿਲਪ ਦੇ ਵਿੱਚ। ਹੋਰ ਕੀ ਚੋਇਸਿਸ ਹੋ ਸਕਦੀਆਂ ਨੇ, ਹੈਜ਼ ਕਾਜ਼ਡ ਇਜ਼ਰਾਈਲੀ ਮਿਲੀਟਰੀ ਕੈਂਪੇਨਸ, ਕੀ ਆ ਸਕਦਾ, ਵਾਰਨਡ ਆ ਸਕਦਾ, ਹੈਜ਼ ਫੀਅਰਡ ਆ ਸਕਦਾ, ਪਰ ਫੀਅਰਡ ਨਹੀਂ ਆਉਂਦਾ, ਡਰਾਇਆ ਉਹਨੇ, ਵਾਰਨ ਕੀਤਾ, ਅਗਾਹ ਕੀਤਾ ਹੈ। ਤਾਂ ਮੋਸਟ ਫਿਟ ਕੀ ਹੈ, ਵਾਰਨ, ਠੀਕ ਹੈ। ਇਜ਼ਰਾਈਲੀਜ਼ ਮਿਲੀਟਰੀ ਕੈਂਪੇਨ। ਹੁਣ ਦੇਖੋ ਮਿਲੀਟਰੀ ਮੈਂ ਬੋਲ ਰਿਹਾ, ਇਟਸ ਨਾਟ ਮਿਲਟਰੀ, ਇਟਸ ਮਿਲੀਟਰੀ। ਪ੍ਰੋਨਾਂਸੀਏਸ਼ਨ ਕਰੈਕਟ ਕਰਕੇ ਚੱਲਣਾ। ਮਿਲੀਟਰੀ ਕੈਂਪੇਨ ਫੋਲੋਇੰਗ। ਫੋਲੋਇੰਗ ਮਤਲਬ ਕਿਸੇ ਚੀਜ਼ ਤੋਂ ਬਾਅਦ। ਮਤਲਬ ਅਗਰ ਪ੍ਰਾਈਮ ਮਿਨਿਸਟਰ ਜਿਹੜਾ ਬੈਂਜਾਮਿਨ ਨੇਤਨਯਾਹੂ ਆ, ਉਹਨੇ ਵਾਰਨ ਕੀਤਾ ਹੈ, ਕਦੋਂ ਵਾਰਨ ਕੀਤਾ,
ਫੋਲੋਇੰਗ ਕਿਸੇ ਚੀਜ਼ ਤੋਂ ਬਾਅਦ ਕੀਤਾ, ਫੋਲੋਇੰਗ ਸੈਟਰਡੇਜ਼ ਔਨ ਸਲॉट। ਹੁਣ ਦੇਖੋ ਇੱਥੇ ਕੀ ਲਿਖਿਆ, ਸੈਟਰਡੇਜ਼ ਔਨ ਸਲॉट। ਔਨ ਸਲॉट ਕੀ ਹੁੰਦਾ ਆ? ਔਨ ਸਲॉट ਦਾ ਮਤਲਬ ਹੈ ਕੋਈ ਵੀ ਚੀਜ਼ ਜਦੋਂ ਤੁਸੀਂ ਬਾਰ-ਬਾਰ ਕੋਈ ਚੀਜ਼ ਹੋ ਰਹੀ ਹੁੰਦੀ ਨਾ, ਹੁਣ ਬਾਰ-ਬਾਰ ਕੀ ਹੋ ਰਹੀ ਸੀ ਵੀ ਪਿੱਛੇ ਕੀ ਹੋਇਆ ਵੀ ਅ ਸੀਰੀਜ਼ ਆਫ ਅਟੈਕਸ ਵਰ ਕੈਰਿਡ ਆਊਟ, ਠੀਕ ਹੈ, ਸਮਝ ਰਹੇ ਹੋ, ਸੀਰੀਜ਼ ਆਫ 에ਅਰ ਸਟ੍ਰਾਈਕਸ ਵਰ ਲਾਂਚਡ, ਠੀਕ ਹੈ, ਬਹੁਤ ਵੱਡੇ ਲੈਵਲ ਤੇ ਘਮਾਸਾਨ ਹੋਇਆ, ਅਟੈਕ ਹੋਇਆ, ਜਿਸ ਕਰਕੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਵਾਰਨ ਕੀਤਾ ਹੈ ਇਜ਼ਰਾਈਲ ਦੀ ਮਿਲਟਰੀ ਨੂੰ, ਠੀਕ ਹੈ। ਉਹ ਹੁਣ ਦੱਸਦਾ ਪਿਆ ਫੋਲੋਇੰਗ ਦ ਸੈਟਰਡੇਜ਼ ਔਨਸਲॉट, ਸੈਟਰਡੇ ਨੂੰ ਹੋਇਆ ਹੈ ਔਨਸਲॉट, ਠੀਕ ਹੈ, ਇਜ਼ ਓਨਲੀ ਦ ਸਟਾਰਟ ਆਫ ਅ ਸਸਟੇਨਡ ਵਾਰ। ਇਹ ਕਹਿੰਦਾ ਸਿਰਫ ਸ਼ੁਰੂਆਤ ਹੀ ਹੈ। ਸਸਟੇਨਡ ਵਾਰ ਮਤਲਬ ਹੁੰਦਾ ਹੈ ਵੀ ਇਹ ਵਾਰ ਹਜੇ ਲੰਬਾ ਚੱਲੂਗਾ, ਛੇਤੀ ਨਹੀਂ ਮੁੱਕਣ ਵਾਲਾ ਹੈਗਾ। ਤੁਹਾਨੂੰ ਆਪਾਂ ਹੁਣ ਕਹਿੰਦਾ ਸਵਾਦ ਲਿਆਉਂਦੇ ਹਾਂ, ਤੁਹਾਨੂੰ ਇੰਨੀ ਛੇਤੀ ਨਹੀਂ ਛੱਡਦੇ, ਠੀਕ ਹੈ, ਦੰਦ ਖੱਟੇ ਕਰਦੇ ਹਾਂ। ਤਾਂ ਆਫ ਅ ਸਸਟੇਨਡ ਵਾਰ ਟੂ ਡਿਸਟਰੋਏ ਹਮਾਸ ਨੂੰ ਡਿਸਟਰੋਏ ਕਰਨਾ ਐਂਡ ਚੇਂਜ ਦ ਮਿਡਲ ਈਸਟ, ਮਤਲਬ ਉਹ ਮਿਡਲ ਈਸਟ ਜਿਹੜਾ ਨਕਸ਼ਾ ਹੈ ਨਾ, ਜਿਹੜਾ ਹਮਾਸ ਏਰੀਆ ਜਾਂ ਗਾਜ਼ਾ ਪ੍ਰੋਟੈਕਟਡ ਏਰੀਆ, ਬਾਰਡਰ ਏਰੀਆਜ਼ ਨੇ, ਉਹਨੂੰ ਚੇਂਜ ਕਰਨਾ ਚਾਹੁੰਦੇ ਨੇ। ਹੁਣ ਉਹ ਕਹਿੰਦੇ ਆਪਾਂ ਖ਼ਤਮ ਕਰਕੇ ਉਹਦਾ ਨਕਸ਼ਾ ਬਦਲ ਦੇਣਾ ਆਪਾਂ। ਤਾਂ ਦੇਖੋ ਇਹ ਛੋਟੀ ਛੋਟੀ ਚੀਜ਼ਾਂ ਨੇ, ਅਗਰ ਤੁਸੀਂ ਇੱਦਾਂ ਚੀਜ਼ਾਂ ਨੂੰ ਪੜ੍ਹੋਗੇ, ਸ਼ਬਦਾਂ ਨੂੰ ਸਮਝੋਗੇ, ਤਾਂ ਹੋਪਫੁਲੀ ਤੁਹਾਨੂੰ ਚੀਜ਼ਾਂ ਸਮਝ ਆਉਣਗੀਆਂ, ਤੁਹਾਡੇ ਫਿਲਪਸ ਠੀਕ ਹੋਣੇ ਸ਼ੁਰੂ ਹੋ ਜਾਣਗੇ ਐਂਡ ਤੁਹਾਨੂੰ ਕੋਈ ਦਿੱਕਤ ਨਹੀਂ ਹੋਏਗੀ। ਫੋਰ ਐਗਜ਼ਾਮਪਲ ਅਗਰ ਮੈਂ ਪੀਟੀ ਦਾ ਐਗਜ਼ਾਮ ਦੇਵਾਂਗਾ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਉਣ ਲੱਗੀ। ਆਮ 9 ਬੈਂਡ ਸਕੋਰਰ ਰਾਈਟ ਇਨ ਆਲ ਦੀ ਮੋਡਿਊਲਸ ਇਨ ਪੀਟੀ ਐਂਡ ਆਈਲਟਸ ਐਜ਼ ਵੈਲ। ਕਿਉਂ ਨਹੀਂ ਮੈਨੂੰ ਦਿੱਕਤ ਆਉਂਦੀ? ਕਿਉਂਕਿ ਮੈਂ ਰੱਟਾ ਨਹੀਂ ਲਗਾ ਰਿਹਾ। ਮੈਂ ਕਦੀ ਤੁਹਾਡੇ ਵਾਂਗੂ 500,000 ਜਿਹੜੇ ਫਿਲਪਸ ਨੇ ਕਦੀ ਪ੍ਰੈਕਟਿਸ ਨਹੀਂ ਕੀਤੇ। ਮੈਂ ਕਨਸੈਪਟ ਨੂੰ ਸਮਝ ਰਿਹਾ, ਮੈਂ ਲੈਂਗੁਏਜ ਨੂੰ ਸਮਝ ਰਿਹਾ, ਮੈਂ ਕੰਟੈਕਸਟ ਨੂੰ ਸਮਝ ਰਿਹਾ, ਜਿਸ ਕਰਕੇ ਮੈਨੂੰ ਪਤਾ ਹੋਊਗਾ ਵੀ ਕੀ ਵੋਕੈਬਲਰੀ ਯੂਜ਼ ਹੋ ਸਕਦੀ ਹੈ। ਮੈਂ ਦੇਖ ਰਿਹਾ ਵੀ ਐਜ਼ ਅ ਵਰਬ ਯੂਜ਼ ਹੋਣਾ ਹੈ, ਵਰਡ ਨੇ, ਫਿਲਪ ਨੇ, ਜਾਂ ਐਜ਼ ਐਨ ਐਡਜੈਕਟਿਵ ਯੂਜ਼ ਹੋਣਾ ਹੈ, ਠੀਕ ਹੈ। ਫਿਰ ਮੈਨੂੰ ਸਮਝ ਆ ਗ੍ਰਾਮਰ ਦੀ ਵੀ ਮੈਂ ਇੱਥੇ ਵਰਡ ਕਿੱਦਾਂ ਦਾ ਯੂਜ਼ ਕਰਾਂਗਾ, ਠੀਕ ਹੈ। ਤਾਂ ਇਹ ਸਭ ਚੀਜ਼ਾਂ ਜਦੋਂ ਪੜ੍ਹੋਗੇ ਤਾਂ ਤੁਹਾਨੂੰ ਆਪੇ ਹੀ ਸਮਝ ਆਉਣਾ ਸ਼ੁਰੂ ਹੋ ਜਾਊਗਾ। ਇਹ ਸ਼ਬਦਾਂ ਨਾਲ ਜਾਣੂ ਹੋ ਜਾਓਗੇ, ਨਹੀਂ ਤਾਂ ਕੋਈ ਹੋਰ ਤਰੀਕਾ ਨਹੀਂ ਹੈ ਸ਼ਬਦਾਂ ਨਾਲ ਜਾਣੂ ਹੋਣ ਨਾਲ। ਤਾਂ ਤੁਸੀਂ ਭਾਵੇਂ 1000 2000 ਜਿੰਨਾ ਮਰਜ਼ੀ ਕਰ ਲਓ ਫਿਲਪ, ਪ੍ਰੈਕਟਿਸ, ਰੱਟਾ ਲਗਾ ਲਓ, ਕੋਈ ਫਾਇਦਾ ਨਹੀਂ ਹੋਏਗਾ। ਤਾਂ ਇਫ ਯੂ ਕੈਨ ਰਿਲੇਟ ਟੂ ਦਿਸ ਵੀਡੀਓ, ਡੂ ਕਮੈਂਟ ਡਾਊਨ, ਡੂ ਸ਼ੇਅਰ ਯੋਰ ਫੀਡਬੈਕ, like the video, share it with your friends, press the bell icon for more such videos, and until then, see you in the next video. Bye.